ओके जी, गुड आफ्टरनून। मेरी आवाज प्रॉपर आ रही है, स्क्रीन शेयर हो रही है, तो जल्दी जल्दी मैसेज करो कि सब कुछ ओके है, ਤਾਂ ਜੋ ਉਹ ਆਪਣਾ ਟੌਪਿਕ ਜਿਹੜਾ ਹੈਗਾ ਉਹ ਆਪਾਂ ਸਟਾਰਟ ਕਰ ਸਕੀਏ। ਤੋ ਅੱਜ ਆਪਾਂ ਟੌਪਿਕ ਕਰਨ ਜਾ ਰਹੇ ਹਾਂ ਮਾਡਰਨ ਹਿਸਟਰੀ ਦੇ ਵਿੱਚ, ਜੋ ਕਾਫੀ ਇੰਪੋਰਟੈਂਟ ਟੌਪਿਕ ਹੈ ਆਪਣੇ ਲਈ, ਜਿਸ ਨੂੰ ਰੌਲਟ ਐਕਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਠੀਕ ਹੈ, ਰੌਲਟ ਐਕਟ 1919। ਔਰ ਇਸ ਦਾ ਅਗਰ ਆਪਾਂ ਅਦਰ ਨੇਮ ਦੀ ਗੱਲ ਕਰੀਏ ਤਾਂ ਇਸ ਦਾ ਜੋ ਅਦਰ ਨੇਮ ਹੈ ਉਹ ਹੈ ਕਾਲਾ ਕਾਨੂੰਨ। ਇਸ ਨੂੰ ਕਾਲਾ ਕਾਨੂੰਨ ਦੇ ਨਾਂ ਨਾਲ ਵੀ ਜਿਹੜਾ ਸੀਗਾ ਉਹ ਜਾਣਿਆ ਜਾਂਦਾ ਹੈ। तो इस टॉपिक ਨੂੰ ਆਪਾਂ ਜਿਹੜਾ ਹੈਗਾ ਉਹ ਡਿਸਕਸ ਕਰਨਾ ਹੈ। तो बिना देरी शुरू करते हैं। देखो, इस समय तिकर ਆਪਾਂ ਗਾਂਧੀਵਾਦ ਦਾ ਜਾਂ ਗਾਂਧੀਅਨ ਐਰਾ ਦਾ ਤੀਸਰਾ ਚਰਨ ਪੜ੍ਹਦੇ ਪਏ ਹਾਂ। ਟੋਟਲ ਭਾਰਤੀ ਰਾਸ਼ਟਰੀ ਅੰਦੋਲਨ ਦਾ ਤੀਸਰਾ ਚਰਨ 1919 ਤੋਂ ਲੈ ਕੇ 1945 ਤੱਕ ਦਾ, ਔਰ ਹੁਣ ਤਿकर ਗਾਂਧੀਅਨ ਐਰਾ ਦੀ ਸ਼ੁਰੂਆਤ ਹੋ ਚੁੱਕੀ ਹੈ, ਔਰ ਗਾਂਧੀਅਨ ਐਰਾ ਹੀ ਤੁਹਾਨੂੰ ਇਸ ਟਾਈਮ ਪੀਰੀਅਡ ਦੇ ਵਿੱਚ ਦੇਖਣ ਨੂੰ ਮਿਲਦਾ ਹੈ। ਔਰ ਇਸੇ ਹੀ ਗਾਂਧੀਅਨ ਐਰਾ ਦੇ ਵਿੱਚ ਜਾਂ ਭਾਰਤੀ ਰਾਸ਼ਟਰੀ ਅੰਦੋਲਨ ਦੇ ਤੀਸਰੇ ਚਰਨ ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਗਿਆ ਸੀ ਜਿਸ ਨੂੰ ਬੋਲਦੇ ਨੇ ਰੌਲਟ ਐਕਟ 1919, ਜਾਂ ਇਸ ਨੂੰ ਕਾਲਾ ਕਾਨੂੰਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ। ਪਹਿਲਾਂ ਤਾਂ ਇਹ ਆਇਆ ਕਿਉਂ? ਦੇਖੋ, ਇਸ ਤੋਂ ਪਹਿਲਾਂ ਆਪਾਂ ਕਾਫੀ ਕੁਝ ਇਹ ਦੇਖਿਆ ਕਿ ਜੋ ਹੋਮ ਰੂਲ ਲੀਗ ਆ ਰਿਹਾ ਹੈ, ਠੀਕ ਹੈ, ਉਸ ਤੋਂ ਬਾਅਦ ਗਦਰ ਪਾਰਟੀ ਹੈ, तो काफी कुछ ਜਿਹੜਾ ਹੈਗਾ ਉਹ ਲੜਾਈ ਵਾਲਾ, ਠੀਕ ਹੈ ਨਾ, ਮਤਲਬ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਕੁਝ ਇਸ ਤਰ੍ਹਾਂ ਦੀਆਂ ਪਾਲਿਸੀਆਂ ਆ ਰਹੀਆਂ। ਉਗਰਵਾਦੀ ਵਿਚਾਰਧਾਰਾ ਨੂੰ ਲੈ ਕੇ ਮਤਲਬ ਜਿਹੜਾ ਹੈਗਾ ਦੇਸ਼ ਆਜ਼ਾਦ ਕਰਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਮਤਲਬ ਕੁੱਲ ਮਿਲਾ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਜੋ ਇੱਕ ਐਕਟੀਵਿਟੀਜ਼ ਸੀਗੀਆਂ ਉਹ ਇੱਕ ਵਾਰ ਉਗਰਵਾਦੀ ਐਕਟੀਵਿਟੀਜ਼ ਬਹੁਤ ਜ਼ਿਆਦਾ ਜ਼ੋਰ ਪਕੜ ਲਿਆ ਸੀ ਉਹਨਾਂ ਨੇ ਇੰਡੀਆ ਦੇ ਵਿੱਚ। ਤੋਂ ਇਹਨਾਂ ਉਗਰਵਾਦੀ ਐਕਟੀਵਿਟੀਜ਼ ਨੂੰ ਰੋਕਣ ਦੇ ਲਈ ਹੀ ਬ੍ਰਿਟਿਸ਼ ਗਵਰਨਮੈਂਟ ਕੀ ਕਰ ਰਹੀ ਸੀ, ਇੰਡੀਆ ਦੇ ਵਿੱਚ ਰੋਕਣ ਦੇ ਲਈ ਕੁਝ ਕਾਨੂੰਨ ਬਣਾਉਣਾ ਚਾਹੁੰਦੀ ਸੀ, ਜਾਂ ਕਹਿ ਲਓ ਕਿ ਇਹਨਾਂ ਰੈਵੋਲੂਸ਼ਨਰੀ ਐਕਟੀਵਿਟੀਜ਼ ਨੂੰ, ਇਨਕਲਾਬੀ ਗਤੀਵਿਧੀਆਂ ਨੂੰ ਰੋਕਣ ਦੇ ਲਈ ਕੋਈ ਨਾ ਕੋਈ ਕਾਨੂੰਨ ਬਣਾਉਣਾ ਚਾਹੁੰਦੀ ਸੀ, ਕੋਈ ਨਾ ਕੋਈ ਕੰਮ ਕਰਨਾ ਚਾਹੁੰਦੀ ਸੀ। ਇਸੇ ਚੀਜ਼ ਨੂੰ ਦੇਖਦੇ ਹੋਏ ਉਸ ਸਮੇਂ ਦੇ ਗਵਰਨਰ ਜਨਰਲ ਚੈਮਸਫੋਰਡ ਨੇ 1917 ਚ ਇੱਕ ਕਮੇਟੀ ਬਣਾਈ। 1917 ਦੇ ਵਿੱਚ ਇੱਕ ਕਮੇਟੀ ਬਣਾਈ, ਔਰ ਜਿਸ ਦਾ ਕੰਮ ਕੀ ਸੀ ਕਿ ਜੋ ਇਨਕਲਾਬੀ ਗਤੀਵਿਧੀਆਂ ਇਹ ਹੋ ਰਹੀਆਂ, ਜੋ ਵੀ ਇਹ ਐਕਟੀਵਿਟੀਜ਼ ਹੋ ਰਹੀਆਂ ਥੋੜੀਆਂ ਜਿਹੀਆਂ ਲੜਾਈ ਵਾਲੀਆਂ ਜਾਂ ਉਗਰਵਾਦੀ ਵਿਚਾਰਧਾਰਾ ਵਾਲੀਆਂ, ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕੇ, ਕਿਵੇਂ ਉਹਨਾਂ ਨੂੰ ਜਿਹੜਾ ਹੈਗਾ ਉਹ ਠੱਲ ਪਾਈ ਜਾ ਸਕੇ। तो ये जो कमेटी सीगी, इस कमेटी ਨੂੰ ਹੀ ਆਪਾਂ ਰੌਲਟ ਕਮੇਟੀ ਜਾਂ ਦੇਸ਼ ਵਿਰੋਧੀ ਕਮੇਟੀ ਦੇ ਨਾਂ ਨਾਲ ਜਾਣਦੇ ਆ। ਮਤਲਬ ਇਸ ਦਾ ਜੋ ਰੀਅਲ ਨੇਮ ਹੈ ਉਹ ਹੈ ਸੈਡੀਸ਼ੀਅਸ ਕਮੇਟੀ। ਠੀਕ ਹੈ, ਸੈਡੀਸ਼ੀਅਸ ਕਮੇਟੀ ਇੱਕ ਜਿਹੜੀ ਸੀ ਉਹ ਬਣਾਈ ਗਈ ਸੀਗੀ, ਔਰ ਇਸ ਦੇ ਜੋ ਅਧਿਅਕਸ਼ ਸੀਗੇ, ਇਸ ਕਮੇਟੀ ਦੇ ਜੋ ਅਧਿਅਕਸ਼ ਸੀਗੇ ਉਹ ਸੀ ਜਸਟਿਸ ਸਿਡਨੇ ਰੌਲਟ। ਇਹੀ ਕਾਰਨ ਹੈ ਕਿ ਇਸ ਕਮੇਟੀ ਨੂੰ ਰੌਲਟ ਕਮੇਟੀ ਦੇ ਨਾਂ ਨਾਲ ਵੀ ਜਿਹੜਾ ਹੈਗਾ ਉਹ ਜਾਣਿਆ ਜਾਂਦਾ ਹੈਗਾ। ਹੁਣ ਇਸ ਕਮੇਟੀ ਨੂੰ ਬਣਾਇਆ ਗਿਆ ਸੀਗਾ ਕਿ ਜਿੰਨੀਆਂ ਵੀ ਇਨਕਲਾਬੀ ਗਤੀਵਿਧੀਆਂ ਇਸ ਟਾਈਮ ਪੀਰੀਅਡ ਦੇ ਵਿੱਚ ਹੋ ਰਹੀਆਂ ਉਹਨਾਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। तो इस कमेटी ने अपनी एक रिपोर्ट पेश की। तो अपनी इन्हें रिपोर्ट अप्रैल 1918 ਦੇ ਵਿੱਚ अपनी इन्हें रिपोर्ट ਦਿੱਤੀ इस कमेटी ने, और इस कमेटी ਦੀ रिपोर्ट ਦੇ ਵਿੱਚ ਕੀ किया गया, देखो इस कमेटी ने अपनी रिपोर्ट ਦਿੱਤੀ कि ਸਾਰੀਆਂ गैर कानूनी ਅਤੇ क्रांतिकारी गतिविधियां जो समय ਹੋ ਰਹੀਆਂ ਸੀ ਜਾਂ ਹੋ ਚੁੱਕੀਆਂ ਸੀ ਨੂੰ ਦਬਾਉਣ ਲਈ ਸਰਕਾਰ ਨੂੰ ਵਿਸ਼ੇਸ਼ ਸ਼ਕਤੀ ਨਾਲ ਹਥਿਆਰਬੰਦ ਕਰਨ ਲਈ ਦੰਡਕਾਰੀ ਅਤੇ ਨਿਵਾਰਕ ਦੋਵੇਂ ਸਿਫਾਰਿਸ਼ਾਂ ਕੀਤੀਆਂ ਸੀ। ਮਤਲਬ ਗਵਰਨਮੈਂਟ ਜਿਹੜਾ ਹੈਗਾ ਉਹ ਹਥਿਆਰਾਂ ਦਾ ਇਸਤੇਮਾਲ ਕਰ ਸਕੇ, ਆਪਣੀ ਪਾਵਰ ਦਾ ਇਸਤੇਮਾਲ ਕਰ ਸਕੇ, ਜਾਂ ਤਾਂ ਉਹ ਦੰਡ ਦਵੇ, ਨਿਵਾਰਨ ਕਰੇ ਉਸਦਾ, ਔਰ ਉਹ ਚਾਹੇ ਹਥਿਆਰਾਂ ਨਾਲ ਹੀ ਕਿਉਂ ਨਾ ਹੋਵੇ, ਹਥਿਆਰਾਂ ਦਾ ਇਸਤੇਮਾਲ ਵੀ ਕਰਨ ਦੀ ਇਸ ਨੇ ਕਮੇਟੀ ਨੇ ਸਿਫਾਰਿਸ਼ ਕੀਤੀ ਸੀ ਕਿ ਸਰਕਾਰ, ਮਤਲਬ ਜਿਵੇਂ ਆਪਾਂ ਕਹਿ ਦਈਏ ਕਿ ਹਥਿਆਰਾਂ ਦਾ ਇਸਤੇਮਾਲ ਕਰਨ ਦਾ ਮਤਲਬ ਕੀ ਹੁੰਦਾ ਗਵਰਨਮੈਂਟ ਦਾ, ਕਿ ਬਈ ਮਿਲਟਰੀ ਰਾਜ ਲਿਆਵੇ। ਠੀਕ ਹੈ, ਮਿਲਟਰੀ ਨੂੰ ਬੁਲਾ ਲੇ, ਔਰ ਮਿਲਟਰੀ ਹੀ ਜਿਹੜਾ ਹੈਗਾ ਇਸ ਪ੍ਰੋਬਲਮ ਨੂੰ ਸੋਲਵ ਜਿਹੜਾ ਹੈਗਾ ਉਹ ਕਰ ਸਕਦੀ ਹੈ। ਇਸ ਕਮੇਟੀ ਦੀ ਸਿਫਾਰਿਸ਼ ਤੇ ਦੋ ਬਿੱਲ ਜਿਹੜੇ ਸੀਗੇ ਉਹ ਪੇਸ਼ ਕੀਤੇ ਗਏ ਸੀਗੇ, ਬਿੱਲ ਨੰਬਰ 1, ਬਿੱਲ ਨੰਬਰ 2। ਬਿੱਲ ਨੰਬਰ 1, ਬਿੱਲ ਨੰਬਰ 2 ਦਾ ਮਤਲਬ ਇਹ ਹੈ ਕਿ ਜਦੋਂ ਇਹ ਬਿੱਲ ਪਾਸ ਹੋਏਗਾ ਤਾਂ ਕਾਨੂੰਨ ਬਣੇਗਾ, ਤਾਂ ਉਦੋਂ ਆਪਾਂ ਕਾਨੂੰਨ ਦਾ ਨਾਮ ਦੇਖ ਲਾਂਗੇ। ਫਿਲਹਾਲ ਇਹ ਬਿੱਲ 1, ਬਿੱਲ 2 ਹੈ। ਬਿੱਲ ਨੰਬਰ 1 ਦੀ ਗੱਲ ਕਰੀਏ ਤਾਂ ਇਹ ਵਿਧਾਨ ਸਭਾ ਦੇ ਵਿੱਚ ਉਸ ਸਮੇਂ ਪੇਸ਼ ਕੀਤਾ ਗਿਆ 6 ਫਰਵਰੀ
1919 ਨੂੰ ਜਦੋਂ ਇਹ ਪੇਸ਼ ਕੀਤਾ ਗਿਆ, ਲੇਕਿਨ ਇਸ ਬਿੱਲ ਤੇ ਜੋ ਇੰਡੀਅਨ ਮੈਂਬਰ ਸੀ ਉਸ ਸਮੇਂ ਦੇ 22 ਇੰਡੀਅਨ ਮੈਂਬਰ ਨੇ ਸਾਈਨ ਨਹੀਂ ਕੀਤੇ। ਮਤਲਬ ਇਹ ਜੋ ਭਾਰਤੀ ਮੈਂਬਰ ਸੀਗੇ 22, ਉਹਨਾਂ ਨੂੰ ਇਹ ਚੀਜ਼ ਪਸੰਦ ਨਹੀਂ ਆਈ, ਉਹਨਾਂ ਨੂੰ ਇਹ ਬਿੱਲ ਪਸੰਦ ਨਹੀਂ ਆਇਆ। ਠੀਕ ਹੈ, ਇਸ ਕਰਕੇ ਉਹਨਾਂ ਨੇ ਇਸ ਬਿੱਲ ਤੇ ਸਾਈਨ ਨਹੀਂ ਕੀਤੇ। ਹੁਣ ਅਗਰ ਇਸ ਬਿੱਲ ਤੇ 22 ਮੈਂਬਰਾਂ ਨੇ ਸਾਈਨ ਨਹੀਂ ਕੀਤੇ ਤਾਂ ਇਹ ਬਿੱਲ ਜਿਹੜਾ ਸੀਗਾ ਉਹ ਰੱਦ ਹੋ ਜਾਂਦਾ। ठीक है, तो ਇਹਦਾ मतलब बिल नंबर 1 ਜਿਹੜਾ ਸੀਗਾ ਉਹ ਰੱਦ ਹੋ ਗਿਆ। ਉਸ ਤੋਂ ਬਾਅਦ ਬਿੱਲ ਨੰਬਰ 2 ਦੀ ਵਾਰੀ ਆਈ। तो बिल नंबर 2 ਜਿਹੜਾ ਸੀਗਾ ਵਿਧਾਨ ਸਭਾ ਦੇ, ठीक है, ਸਾਰੇ ਮੈਂਬਰਾਂ ਨੇ ਇਸ ਤੇ ਸਾਈਨ ਕੀਤੇ। मतलब बिल नंबर 2 ਜਦੋਂ ਪੇਸ਼ ਕੀਤਾ ਗਿਆ तो ਵਿਧਾਨ ਸਭਾ ਦੇ ਸਾਰੇ ਜੋ ਭਾਰਤੀ ਮੈਂਬਰ ਸੀ 35, ਉਹਨਾਂ ਨੇ ਵੀ, ठीक है, ਇਸ ਨੂੰ ਮਨਜ਼ੂਰੀ ਦਿੱਤੀ ਔਰ ਇਹ ਮਾਰਚ ਦੇ ਵਿੱਚ ਇਹ ਬਿੱਲ ਜਿਹੜਾ ਸੀਗਾ ਉਹ ਦੂਸਰਾ ਬਿੱਲ ਪਾਸ ਕੀਤਾ ਗਿਆ ਔਰ ਇਹੀ ਬਿੱਲ ਜਿਹੜਾ ਸੀਗਾ ਪਾਸ ਹੋਣ ਤੋਂ ਬਾਅਦ ਜਿਹੜਾ ਉਹ ਕਾਨੂੰਨ ਬਣ ਜਾਂਦਾ ਹੈਗਾ। ठीक है, ਔਰ ਇਹ ਕਾਨੂੰਨ ਜਿਹੜਾ ਬਣਿਆ, मतलब ਬਿੱਲ ਨੰਬਰ 2 ਇਹ ਜੋ ਕਾਨੂੰਨ ਬਣਿਆ ਇਸ ਨੂੰ ਹੀ ਬੋਲਦੇ ਨੇ ਰੌਲਟ ਐਕਟ 1919। तो ये रॉल्ट एक्ट 1919 ਦੇ ਰੂਪ ਵਿੱਚ ਇਹ ਬਿੱਲ ਨੰਬਰ 2 ਜਿਹੜਾ ਹੈਗਾ ਕਾਨੂੰਨ ਬਣ ਕੇ ਸਾਹਮਣੇ ਆਉਂਦਾ ਹੈ। ਔਰ ਰੌਲਟ ਐਕਟ ਹੀ ਅਰਾਜਕਤਾ ਅਤੇ ਇਨਕਲਾਬੀ ਅਪਰਾਧ ਐਕਟ 1919 ਦੇ ਨਾਂ ਨਾਲ ਵੀ ਜਾਣਿਆ ਗਿਆ ਸੀਗਾ। तो ये भी पॉइंट याद रखो कि रॉल्ट एक्ट ਦਾ जो रियल नेम है या ऑफिशियल नेम है वो है अराजकता ਅਤੇ इनकलाबी अपराध एक्ट 1919। इस एक्ट ने सरकार ਨੂੰ ਅਧਿਕਾਰਿਤ ਕੀਤਾ, मतलब पावर ਦਿੱਤੀ। इस एक्ट ਦੇ ਦੁਆਰਾ ਸਰਕਾਰ ਨੂੰ ਇਹ ਪਾਵਰ ਮਿਲ ਜਾਂਦੀ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਕਾਨੂੰਨੀ ਅਦਾਲਤ ਵਿੱਚ ਬਿਨਾਂ ਕਿਸੇ ਦੋਸ਼ ਨੂੰ ਸਾਬਤ ਕੀਤੇ ਸਜ਼ਾ ਦੇ ਸਕਦੀ ਹੈ ਅਤੇ ਉਸ ਨੂੰ ਕੈਦ ਕਰ ਸਕਦੀ ਹੈ। मतलब ਹੁੰਦਾ ਤਾਂ ਇਹ ਹੈ ਕਿ ਅਗਰ ਕਿਸੇ ਪਰਸਨ ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਸ ਨੂੰ ਅਰੈਸਟ ਕੀਤਾ ਜਾਂਦਾ ਹੈ। ठीक है, उसनू मजिस्ट्रेट को पेश किया जाता है, मजिस्ट्रेट फैसला सुनाता है और उस फैसले विच अगर कोई परसन गिल्टी आता है तो उसनू सजा मिलती है। ठीक है, लेकिन इत्थे की सीगा कि मजिस्ट्रेट को जाने की कोई जरूरत नहीं हैगी। ठीक है, ये गवर्नमेंट ही डिसाइड कर लेगी, मतलब इंडिया दे विच ये डिसाइड कर लिया जाएगा ब्रिटिश द्वारा कि भी ये व्यक्ति गुनाहगार है और चक के उसनू सजा जिहड़ी आ वो दे दी जाएगी। एक तरह नाल कुल मिला के जो अपना हैबियस कॉर्पस का अधिकार है उसनू मुअत्तल किया गया, उसनू हटाया जा रहा सीगा। ठीक है, जो कि ब्रिटेन विच नागरिक सुतंत्रता का बुनियाद सीगा, तो इसनू हटाया जा रहा सीगा। तो ये बहुत बड़ी प्रॉब्लम सी। यही कारण है कि इसनू गांधी वर्गे नेतावां ने काला कानून भी किया। तो इस कानून नू नागरिक अधिकारां दी उलंघना समझा गया क्योंकि हैबियस कॉर्पस साडा जिहड़ा हैगा वो राइट है और इस दे अगेंस्ट ही एक कानून पारित किया गया जिसनू काला कानून दे नाम नाल जानिया गया। इस काले कानून के विरोध में उस समय की विधान सभा च भारतीय मैंबर सन जो उन्होंने अस्तीफा दिता। ठीक है, उन्होंने अस्तीफा दिता जिहदे मोहम्मद अली जिन्ना, मदन मोहन मालवीय और मजहूरुल हक वर्गे कुछ मोस्ट इंपोर्टेंट नेता सीगे जिन्हों ने इस कानून के विरुद्ध जिहड़ा सीगा वो अपने अस्तीफे भी जिहड़े सीगे वो सौंपते सीगे। हुण इस एक्ट के उद्देश्य की सी, क्यों ये एक्ट आया? नॉर्मली आपां नूं पता है कि रेवोल्यूशनरी एक्टिविटीज़ नूं खत्म करन लई आया, लेकिन रेवोल्यूशनरी एक्टिविटीज़ दे नाल नाल होर ऐसा किहड़ियां चीज़ां सी जो ये रॉल्ट एक्ट करेगा या इस दे अधिकार खेतर दे अधीन आणगियां। तो देखो रॉल्ट एक्ट के उद्देश्य की सी, पहला उन्हां राष्ट्रवादियों को गिरफ्तार करना जो उग्रवादी विचारधारा नाल संबंधित हैं, मतलब जो उग्रवादी विचारधारा नूं प्रफुल्लित करते पे है, जो देशद्रोह दा इल्जाम जिन्हां ते लग रहा है। ठीक है, जो लोगों नूं भड़का रहे हैं सरकार के विरुद्ध उन्हां नूं अरेस्ट करना। ठीक है, सरकार किसी भी व्यक्ति को शक के आधार पर गिरफ्तार कर सकती है और उन्होंने सजा भी दे सकती है। किसी भी घर की तलाशी भी लै सकती है विदाउट एनी वारंट, मतलब कोई वारंट होवे ना होवे घर की तलाशी लीती जा सकती है। बिना किसी अदालती कार्रवाई दे सीधे 2 साल की सजा दी जाएगी। ठीक है, बिना किसी अदालती कार्रवाई दे सीधे 2 साल की सजा जिहड़ी सीगी वो दी जाएगी और कोई अपील का प्रावधान नहीं, मतलब पहले सालों दे विच कोई अपील का प्रावधान नहीं होएगा। बाद विच जदों ये 3 साल गुजर गए या 2 साल गुजर गए उस तो बाद अपील कर सकता है। ठीक है, लेकिन स्टार्टिंग च कोई अपील नहीं है। इस एक कानून तां लिआंदा गया सी उन्हां उग्रवादी विचारधारा प्रफुल्लित करने वाले मतलब क्रांतिकारियों के खिलाफ कि भी ये उग्रवादी विचारधारा फैलाते पे ने, ये हथियारों का इस्तेमाल करते पे ने, जो हिंसा फैला रहे हैं जो कि गलत है। ठीक है, लेकिन
इस कानून के तहत वो राजनीतिक व्यक्ति जो उग्रवादी नहीं सीगे, जो कि नरम दलीय नेता सीगे, उन्होंने भी अरेस्ट किया जान लग्या। तो मतलब उग्रवादी क्रियावां दे विच जो व्यक्ति शामिल ही नहीं सीगे, उन्होंने भी इस कानून के तहत अरेस्ट जिहड़ा सीगा वो कर लिया सीगा। रोल्ट एक्ट के केसां की जो सुनवाई होएगी, जो मतलब वो अपील करेगा अगे चल के, ठीक है, तो उदों ये 3 जजां का एक बेंच जिहड़ा सीगा वो बनाया जाएगा। और ऐसे सबूत, ये भी इंपॉर्टेंट है कि कोर्ट दे विच वो सबूत जिहड़े सबूत के रूप में नहीं मन्ने जाते, ऐसे सबूत जो सबूत के रूप में नहीं मन्ने जाते, उन्होंने भी सबूत के रूप में मन के जिहड़ा सीगा वो सजा दित्तियां गईयां सीगियां। इस रॉल्ट एक्ट नू उस समय कुछ इस तरह परिभाषित किया सी कि ना दलील, ना वकील, ना अपील। मतलब इस केस दे विच ना कोई दलील हुंदी है, ना मतलब कोई बहसबाजी ही होएगी, ठीक है, आपस विच वकीलां दे विच, और ना ही कोई वकील होएगा। जो दलील ही नहीं होएगी तो वकील भी नहीं हैगा, और ना ही अपील करन दा कोई प्रावधान इन्हां ने साडे लई छड्डिया सीगा। इस एक्ट के खिलाफ महात्मा गांधी ने हड़ताल की नीति अपनाई। उन्होंने कहा कि आप 1 दिन की हड़ताल करांगे इस रॉल्ट एक्ट, इस काले कानून के विरोध दे विच। तो सरकार के खिलाफ इस एक्ट का विरोध करन महात्मा मतलब विरोध करन इस सत्याग्रह सभा के आधार पर ही गांधी ने एक पूरे दिन की हड़ताल की गल भी की सी। मतलब 1 दिन की हड़ताल करांगे इस रॉल्ट सत्याग्रह के मतलब रॉल्ट एक्ट के अगेंस्ट, और वही एक रॉल्ट सत्याग्रह के रूप में सत्याग्रह भी किया जाऊगा। तो ये जो रॉल्ट सत्याग्रह सी, महात्मा गांधी ने इस रॉल्ट सत्याग्रह नू चलाने के लिए एक संस्था भी बनाई सी, ठीक है, जिसनू सत्याग्रह सभा भी बोलते हैं। 24 फरवरी 1919 नू ये सत्याग्रह सभा भी बनाई, ठीक है। और ये कहा गया कि आप 1 दिन की हड़ताल करांगे, और इस हड़ताल दे विच की होएगा, सरकार के खिलाफ इस एक्ट का विरोध किया जाएगा, अपने आप को गिरफ्तार किया जाएगा, जेल भरो अंदोलन के रूप में इस रॉल्ट सत्याग्रह नू जिहड़ा सीगा वो चलाया जाएगा। इस सत्याग्रह विच होम रूल लीग अते ओ मुसलमान जो तुर्की के खलीफा नू गद्दी तो लाउण तो नाराज सी, उन्होंने भी साथ देना मंजूर किया। मतलब इस रॉल्ट सत्याग्रह दे विच होम रूल लीग अते टर्की के खलीफा नू गद्दी तो लाउण तो जो मुसलमान नाराज सीगे, उन्हां मुसलमानां ने भी पार्टिसिपेट करन दी जिहड़ी है ओ गल कीती सीगी। आई थिंक इत्थों तक तुहानूं पूरी चीज समझ आ गई है, तो अगे चलते हैं। तो इस सत्याग्रह, ये जो सत्याग्रह सी, इस सत्याग्रह विच पहली बार किसानां ने भी पार्टिसिपेट किया। तो क्वेश्चन शायद तुहानूं पूछा जा सकता है कि भी वो किहड़ा सत्याग्रह सी जिस दे विच किसानां ने भी पार्टिसिपेट किया। तो वो सीगा जी अपने कोले सत्याग्रह, रॉल्ट सत्याग्रह। इस सत्याग्रह दे विच की होया कि ये जो सत्याग्रह सी एक राष्ट्रीय अंदोलन के रूप में उभर के सामने आया। बहुत बड़ा अंदोलन जिहड़ा सीगा वो कीता जा रहा सी इस समय, और एक सही दिशा अते सही मार्ग ते ये सत्याग्रह जिहड़ा सी वो चल रहा सी, सब कुछ सही चल रहा सी, कोई प्रॉब्लम नहीं आ रही सी। हुण इस रॉल्ट एक्ट के खिलाफ जो हड़ताल का दिन निश्चित किया गया सी कि 1 दिन की हड़ताल होएगी, सत्याग्रह होएगा, वो दिन निश्चित किया गया सी 6 अप्रैल 1919 का, ठीक है। 6 अप्रैल 1919 का दिन यह निश्चित किया गया सी, पर कुछ सर्कमस्टेंसेस के चलदियां ये सत्याग्रह जिहड़ा सी वो वक्त तो पहला ही शुरू हो जाता है। मतलब ये जो सत्याग्रह सीगा, जो रॉल्ट एक्ट के खिलाफ ये सत्याग्रह करना सी, ये 30 मार्च 1919 नूं ही शुरू हो गया सी। यही कारण किते किते तुहानूं 2 डेट्स मिल सकती हैं। तो 6 अप्रैल 1919 का दिन की गल करिए तो यह तो निश्चित किया गया सीगा रॉल्ट सत्याग्रह लई, लेकिन ये रॉल्ट सत्याग्रह अपने निर्धारित समय तो पहला ही जिहड़ा सीगा वो हो गया सी 30 मार्च 1919 नूं। ਹੁਣ देखो एक्चुअल ਦੇ ਵਿੱਚ ਇਹਦੇ ਸੱਤਿਆਗ੍ਰਹਿ ਪਹਿਲਾਂ ਹੋਣ ਕਰਕੇ ਕੁਝ ਭਗਦੜ ਮਚ ਜਾਂਦੀ ਹੈ, ਕੁਝ ਹਫੜਾ ਦਫੜੀ ਮਚ ਜਾਂਦੀ ਹੈ, ਕਿਉਂਕਿ ਨਾ ਤਾਂ ਪੁਲਿਸ ਹਜੇ ਤੱਕ ਪੂਰੀ ਤਰ੍ਹਾਂ ਪ੍ਰਪੇਅਰ ਸੀ, ਠੀਕ ਹੈ, ਨਾ ਹਜੇ ਤੱਕ ਲੋਕ ਪ੍ਰਪੇਅਰ ਸੀ। तो ਜਦੋਂ ਲੋਕਾਂ ਨੂੰ ਲੱਗਿਆ ਕਿ ਵੀ ਅੰਦੋਲਨ ਕਰਤਾ ਤਾਂ ਉਹਨਾਂ ਨੇ ਵੱਧ ਚੜ ਕੇ ਇਸ ਦੇ ਵਿੱਚ ਹਿੱਸਾ ਲੈਣਾ ਸ਼ੁਰੂ ਕਰਤਾ। ਉਸ ਪੁਲਿਸ ਜਿਹੜੀ ਸੀਗੀ ਉਹ ਪੂਰੀ ਤਰ੍ਹਾਂ ਤਿਆਰ ਨਹੀਂ ਸੀ ਇਸ ਅੰਦੋਲਨ ਨੂੰ ਰੋਕਣ ਦੇ ਲਈ। ਸ਼ਾਇਦ ਇਹੀ ਕਾਰਨ ਹੋਵੇਗਾ ਕਿ ਬਈ मतलब लोकां दे विच अते पुलिस दे विच एक जिहड़ी झड़प जिहड़ी वो हो जाती है, ठीक है। तो इस सत्याग्रह दे विच एक्चुअल दे विच सत्याग्रह गांधी दा ही विचार सीगा। तो गांधी दा अहिंसा दे मार्ग ते चलदे हुए ये सत्याग्रह करना चाहते सी, लेकिन इस सत्याग्रह दे विच एक्चुअल दे विच जिहड़ी सीगी वो हिंसा फैल जाती है। क्लीयर। तो ये जो मतलब रॉल्ट सत्याग्रह सीगा ये एक्चुअल दे विच जिहड़ा सी हिंसा दा रूप धारण कर लैंदा है, और उस समय लोकां अते पुलिस दे विच एक झड़प हुंदी है जिस दे विच 10 लोग
ਮਾਰੇ ਜਾਂਦੇ ਹੈਗੇ। ਮਹਾਤਮਾ ਗਾਂਧੀ 8 ਅਪ੍ਰੈਲ ਨੂੰ ਬੰਬਈ ਤੋਂ ਦਿੱਲੀ ਅਤੇ ਪੰਜਾਬ ਵਿੱਚ ਸੱਤਿਆਗ੍ਰਹਿ ਪ੍ਰਚਾਰ ਕਰਨ ਲਈ ਆਉਂਦੇ ਨੇ। ਹੁਣ ਗਾਂਧੀ ਕਿਉਂ ਆਉਂਦੇ ਨੇ? ਕਿਉਂਕਿ ਦੇਖੋ ਗਾਂਧੀ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੀ ਵਿਚਾਰਧਾਰਾ ਸੀ ਅਹਿੰਸਾ ਦਾ ਮਾਰਗ ਅਪਣਾਉਣਾ ਔਰ ਅਹਿੰਸਾ ਦੇ ਮਾਰਗ ਤੇ ਚੱਲਦਿਆਂ ਜਿਹੜਾ ਸੀਗਾ ਉਹ ਸੱਤਿਆਗ੍ਰਹਿ ਕਰਨਾ। ਲੇਕਿਨ ਇੱਥੇ ਜੋ ਹਿੰਸਾ ਫੈਲ ਚੁੱਕੀ ਸੀਗੀ ਤਾਂ ਇਸ ਲਈ ਮਹਾਤਮਾ ਗਾਂਧੀ ਨੂੰ ਲੱਗਿਆ ਕਿ ਲੋਕਾਂ ਨੂੰ ਸ਼ਾਇਦ ਹਜੇ ਤੱਕ ਸੱਤਿਆਗ੍ਰਹਿ ਦਾ ਮੀਨਿੰਗ ਹੀ ਨਹੀਂ ਪਤਾ। ਠੀਕ ਹੈ, ਸੱਤਿਆਗ੍ਰਹਿ ਦਾ ਮੀਨਿੰਗ ਹੀ ਨਹੀਂ ਪਤਾ, ਤਾਂ ਕਿਉਂ ਨਾ ਪਹਿਲਾਂ ਉਹਨਾਂ ਨੂੰ ਇਹ ਸੱਤਿਆਗ੍ਰਹਿ ਬਾਰੇ ਦੱਸਿਆ ਜਾਵੇ ਕਿ ਐਕਚੁਅਲ ਦੇ ਵਿੱਚ ਸੱਤਿਆਗ੍ਰਹਿ ਕੀ ਹੈ ਔਰ ਫਿਰ ਉਸ ਤੋਂ ਬਾਅਦ ਉਹ ਸੱਤਿਆਗ੍ਰਹਿ ਕਰਨ। ਤਾਂ ਇਸ ਕਰਕੇ ਮਹਾਤਮਾ ਗਾਂਧੀ ਐਕਚੁਅਲ ਦੇ ਵਿੱਚ ਐਡਰੈਸ ਕਰਨ ਦੇ ਲਈ ਲੋਕਾਂ ਨੂੰ, ਦਿੱਲੀ ਅਤੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਬੰਬਈ ਤੋਂ ਦਿੱਲੀ ਨੂੰ ਰਵਾਨਾ ਹੁੰਦੇ ਆ। ਲੇਕਿਨ ਕਿਉਂਕਿ ਸਰਕਾਰ ਨੇ ਇਕੱਠੇ ਹੋਣ ਤੇ ਵੈਸੇ ਹੀ ਬੈਨ ਲਾਇਆ ਹੋਇਆ ਸੀਗਾ, ਤਾਂ ਹੋਇਆ ਕੀ ਸੀਗਾ ਕਿ ਬੰਬਈ ਤੋਂ ਜਦੋਂ ਦਿੱਲੀ ਆਉਂਦੇ ਨੇ ਤਾਂ ਇੱਥੇ ਰਸਤੇ ਦੇ ਵਿੱਚ ਇੱਕ ਪਿੰਡ ਹੈ ਜਾਂ ਇੱਕ ਸਟੇਸ਼ਨ ਹੈ ਪਲਵਾਨ, ਤਾਂ ਇਸ ਪਲਵਾਨ ਦੇ ਸਟੇਸ਼ਨ ਤੇ ਇਹਨਾਂ ਨੂੰ ਰੋਕਿਆ ਟ੍ਰੇਨ ਦੇ ਵਿੱਚ ਔਰ ਇਹਨਾਂ ਨੂੰ ਵਾਪਸ ਜਾਣ ਦੇ ਲਈ ਕਿਹਾ ਗਿਆ। ਗਾਂਧੀ ਤੁਹਾਨੂੰ ਪਤਾ ਹੈ ਕਿ ਇਹ ਬਹੁਤ ਜ਼ਿਆਦਾ ਮਤਲਬ ਜਿਹੜਾ ਵਿਰੋਧ ਨਹੀਂ ਕਰਦੇ ਸੀ, ਜਿਸ ਕਰਕੇ ਇਹ ਵਾਪਸ ਚਲੇ ਜਾਂਦੇ ਆ। ਇਸ ਘਟਨਾ ਤੋਂ ਬਾਅਦ ਕਈ ਥਾਵਾਂ ਤੇ ਜਿਹੜੀ ਸੀ ਹਿੰਸਾ ਭੜਕ ਗਈ। ਕਿਉਂ? ਕਿਉਂਕਿ ਗਾਂਧੀ ਵਾਪਸ ਭੇਜਤੇ। ਗਾਂਧੀ ਵਾਪਸ ਭੇਜੇ ਤੋਂ ਜਿਹੜੇ ਲੋਕ ਸੀ ਜੋ ਇੰਤਜ਼ਾਰ ਕਰਦੇ ਪਏ ਸੀ, ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਗਾਂਧੀ ਸਾਡੇ ਕੋਲੇ ਆਣਗੇ ਔਰ ਅਸੀਂ ਉਹਨਾਂ ਨੂੰ ਮਿਲਾਂਗੇ ਔਰ ਕੁਝ ਉਹਨਾਂ ਦੇ ਪ੍ਰਵਚਨ, ਉਹਨਾਂ ਦੇ ਮਤਲਬ ਉਪਦੇਸ਼ ਸੁਣਾਂਗੇ, ਲੇਕਿਨ ਐਸਾ ਕੁਝ ਹੋਇਆ ਨਹੀਂ, ਜਿਸ ਕਰਕੇ ਬੰਬਈ, ਅਹਿਮਦਾਬਾਦ ਔਰ ਪੰਜਾਬ ਔਰ ਬਾਕੀ ਮਤਲਬ ਕੁਝ ਏਰੀਏ ਦੇ ਵਿੱਚ ਜਿਹੜੇ ਸੀਗੇ ਉਹ ਫਿਰ ਦੁਬਾਰਾ ਮਤਲਬ ਦੰਗਿਆਂ ਦੇ ਰੂਪ ਵਿੱਚ ਤੁਸੀਂ ਕਹਿ ਲਓ ਜਾਂ ਇੱਕ ਹਿੰਸਾ ਦੇ ਰੂਪ ਵਿੱਚ ਜਿਹੜਾ ਹੈਗਾ ਇਹ ਅੰਦੋਲਨ ਹੋਰ ਜ਼ਿਆਦਾ ਜਿਹੜਾ ਹੈਗਾ ਉਹ ਭੜਕ ਜਾਂਦਾ ਹੈਗਾ। ਔਰ ਇੱਥੇ ਹੀ ਅਗਰ ਆਪਾਂ ਗੱਲ ਕਰੀਏ ਇਸੇ ਟਾਈਮ ਪੀਰੀਅਡ ਦੇ ਵਿੱਚ ਇਸੇ ਹੀ ਜੋ ਇਹ ਇੰਸੀਡੈਂਟ ਹੋ ਰਿਹਾ ਇਸੇ ਸਮੇਂ ਦੌਰਾਨ ਹੀ ਇੱਕ ਹੋਰ ਇੰਸੀਡੈਂਟ ਦੇਖਣ ਨੂੰ ਮਿਲਦਾ ਹੈਗਾ ਪੰਜਾਬ ਦੇ ਵਿੱਚ, ਉਹ ਹੈ ਜਲਿਆਂਵਾਲਾ ਬਾਗ। ਠੀਕ ਹੈ, तो जलियांवाला बाग की आप गल करिए तो सब तो पहला ये जो हिंसा भड़की बंबई, अहमदाबाद, पंजाब और कई थावां ते हिंसा भड़कदी है और जलियांवाला बाग का हत्याकांड भी हुंदा है। हुण जलियांवाला बाग की सी और इसका हत्याकांड किवें होया? तो देखो जलियांवाला बाग का जो हत्याकांड होया ये 13 अप्रैल 1919 ਨੂੰ ਇਹ ਹੋਇਆ ਸੀ। क्यों होया सीगा? देखो इसे टाइम पीरियड के दौरान ना दो चीज़ां देखण नूं मिलदियां। पहली चीज़ तो यह देखण नूं मिलदी है कि 9 अप्रैल 1919 का दिन है। एक मतलब कह लो कि एक मिशनरी स्कूल है, उसकी मैडम है मिस मार्शैला शेरवुड, अमृतसर दे विच मिशन डे स्कूल चलाती है जो कि गर्ल्स के लिए स्कूल है। उस गर्ल्स स्कूल की एक सुपरवाइजर है। ठीक है, ਹੁਣ ਹੋਇਆ ਕਿ ਇਹ ਜਦੋਂ ਬੱਚਿਆਂ ਨੂੰ ਛੁੱਟੀ ਹੋਈ ਤਾਂ ਇਹ ਗਰਲਸ ਬੱਚਿਆਂ ਨੂੰ ਉਹਨਾਂ ਦੇ ਘਰਾਂ ਤੱਕ ਸ਼ਾਇਦ ਪਹੁੰਚਾਉਣ ਦਾ ਕੰਮ ਕਰਦੀ ਸੀ ਔਰ ਸੁਪਰਵਾਈਜ਼ਰ ਦੇ ਰੂਪ ਵਿੱਚ ਇਹ ਕੰਮ ਕਰਦੀ ਸੀ। ਅੰਮ੍ਰਿਤਸਰ ਦੀ ਇੱਕ ਗਲੀ ਹੈ ਕੂਚਾ ਕੁਰਚਨ, तो इस गली ਦੇ ਵਿੱਚੋਂ ਜਦੋਂ ਇਹ ਗੁਜ਼ਰ ਰਹੀ ਸੀਗੀ ਤਾਂ ਇੱਕ ਭੀੜ ਜਿਹੜੀ ਹੈ ਉਹ ਆਂਦੀ ਹੈ ਔਰ ਇਸ ਅੰਮ੍ਰਿਤਸਰ ਦੀ ਗਲੀ ਦੇ ਵਿੱਚ ਇਸ ਮਾਰਸ਼ਲ ਸ਼ੇਰਵੁੱਡ ਨੂੰ ਜਿਹੜਾ ਹੈਗਾ ਉਹ ਕੁੱਟਣ ਮਾਰਨ ਲੱਗ ਜਾਂਦੀ ਹੈ। ਮਤਲਬ ਇਸ ਨੂੰ ਕੁੱਟਿਆ ਜਾਂਦਾ ਹੈ ਬੁਰੀ ਤਰ੍ਹਾਂ, ਇਸ ਨੂੰ ਜਿਹੜਾ ਹੈਗਾ ਉਹ ਕੁੱਟਿਆ ਜਾਂਦਾ ਹੈ। ਜੋ ਸਥਾਨਿਕ ਲੋਕ ਸੀਗੇ ਉੱਥੋਂ ਦੇ, ਉਹਨਾਂ ਨੇ ਇਸ ਸ਼ੇਰਵੁੱਡ ਨੂੰ, ਮਾਰਸ਼ਲਾਂ ਨੂੰ ਛੁਡਾਇਆ ਔਰ ਬਚਾਉਣ ਦੇ ਲਈ ਇਸ ਨੂੰ ਅੰਮ੍ਰਿਤਸਰ ਦੇ ਵਿੱਚ ਹੀ ਜੋ ਅੱਗੇ ਗੋਬਿੰਦਗੜ੍ਹ ਕਿਲਾ ਹੈਗਾ ਉੱਥੇ ਇਹਨੂੰ ਸ਼ਰਨ ਦਵਾਈ ਤਾਂ ਜੋ ਬਈ ਕੋਈ ਹੋਰ ਕੋਈ ਇਹਨਾਂ ਤੇ ਹਮਲਾ ਜਿਹੜਾ ਹੈਗਾ ਉਹ ਨਾ ਕਰਦੇ। ਇਹ ਪਹਿਲਾ ਇੰਸੀਡੈਂਟ ਸੀਗਾ ਜੋ ਪੰਜਾਬ ਦੇ ਵਿੱਚ ਵਾਪਰਦਾ ਹੈਗਾ। ਠੀਕ ਹੈ, जलियांवाले बाग बारे थोड़ी जी अगर आप गल करिए अलग तरीके नाल, तो जलियांवाला बाग 13 अप्रैल 1919 का इंसीडेंट है और जलियांवाला बाग का नाम पंडित जाला के नाम से पिया। मैं तुहानू पढ़ा चुके पंडित जाला, ऊपर जला थले, ऊपर अल्लाह थले जला। तो महाराजा रणजीत सिंह के दरबार का एक दरबारी सी, आई थिंक अकाउंटेंट सीगा और पंजाब की राजनीतिक अवस्था उस समय की सीगी? जलियांवाले बाग के समय जो पंजाब की राजनीतिक उस समय की अवस्था सी वो सीगी कि सर माइकल फ्रांसिस ओडवायर उस समय पंजाब के लैफ्टिनेंट गवर्नर सीगे 1912 तो 1919 और इन्होंने ही अनाउंस किया सीगा कि कोई भी पब्लिकली मीटिंग नहीं होणगियां। सिविल सरकार जो सीगी जनरल डायर के अधीन फौजी अधिकारियों को प्रशासन सौंपिया होया सी। मतलब अगर मैं मिलिटरी गल करा कि मिलिटरी की गल करिए, आर्मी की गल करिए, तो इसके हैड सन जनरल डायर और ओडवायर ने मिलिटरी आर्मी ਨੂੰ ਬੁਲਾਇਆ ਹੋਇਆ ਸੀਗਾ ਕਿ ਅਗਰ ਕੁਝ ਇਸ ਤਰ੍ਹਾਂ ਦਾ ਕੋਈ ਲੋਕ ਇਕੱਠੇ ਹੁੰਦੇ ਨੇ, ਕੋਈ ਐਕਟੀਵਿਟੀ ਕਰਦੇ ਨੇ ਤਾਂ ਉਹਦੇ ਲਈ ਮਿਲਟਰੀ ਜਿਹੜੀ ਹੈ ਉਹ ਐਕਟੀਵਿਟੀ ਕਰੂਗੀ। ਮਿਲਟਰੀ ਦੀ ਜ਼ਿੰਮੇਵਾਰੀ ਸੀਗੀ ਕਿ ਉਹ ਰੋਕਿਆ ਜਾ ਸਕੇ ਔਰ ਮਿਲਟਰੀ ਦੇ ਹੀ ਉਸ ਸਮੇਂ ਸੌਰੀ
ਮਿਲਟਰੀ ਦੇ ਹੀ ਉਸ ਸਮੇਂ ਦੇ ਹੈਡ ਸੀਗੇ ਜਨਰਲ ਡਾਇਰ। ਠੀਕ ਹੈ, ਹੁਣ ਪੰਜਾਬ ਦੇ ਵਿੱਚ ਦੋ ਘਟਨਾਵਾਂ ਹੋਈਆਂ। ਪਹਿਲੀ ਘਟਨਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀ 9 ਅਪ੍ਰੈਲ 1919 ਵਾਲੀ ਮਿਸ ਮਾਰਸ਼ੈਲਾ ਵਾਲੀ। ਦੂਸਰੀ ਘਟਨਾ ਕੀ ਹੋਈ ਕਿ ਜਦੋਂ ਇਹ ਐਕਟੀਵਿਟੀਜ਼ ਹੋ ਰਹੀਆਂ ਜਾਂ ਮਤਲਬ ਪਤਾ ਲੱਗਦਾ ਪਿਆ ਕਿ ਬਈ ਕੋਈ ਲੜਾਈ ਹੋ ਰਹੀ ਹੈ, ਹਿੰਸਾ ਭੜਕੀ ਹੋਈ ਹੈ, तो पंजाब ਦੇ ਵਿੱਚ ਨਾ ਦੋ ਕਾਂਗਰਸ ਦੇ ਕਾਫੀ ਇੰਪੋਰਟੈਂਟ ਲੀਡਰ ਸੀਗੇ। ਇੱਕ ਸੀ ਡਾਕਟਰ ਸ਼ੈਫੂਦੀਨ ਕਿਚਲੂ ਔਰ ਇੱਕ ਸੀਗਾ ਡਾਕਟਰ ਸਤਿਆਪਾਲ। ਇੱਕ ਕਾਫੀ ਇੰਪੋਰਟੈਂਟ ਲੀਡਰ ਸੀਗੇ। तो ਇਹਨਾਂ ਲੀਡਰ ਨੇ ਕੀ ਕੀਤਾ, ਇਹਨਾਂ ਲੀਡਰਸ ਨੂੰ ਕੀ ਕੀਤਾ ਗਿਆ, ਬੁਲਾਇਆ ਗਿਆ ਪੁਲਿਸ ਸਟੇਸ਼ਨ, ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਦੇ ਵਿੱਚ ਬੁਲਾਇਆ ਗਿਆ ਕਿ ਬਈ ਕੁਝ ਗੱਲਬਾਤ ਕਰਨੀ ਹੈ। तो ਕਾਂਗਰਸੀ ਲੀਡਰ ਸੀਗੇ तो ਇਹਨਾਂ ਨੂੰ ਲੱਗਿਆ ਕਿ ਸ਼ਾਇਦ ਕੁਝ ਨਹੀਂ ਹੋਏਗਾ, ਜਸਟ ਇੱਕ ਗੱਲਬਾਤ ਹੋਏਗੀ। तो ਇਹ ਵਿਚਾਰੇ ਉੱਤੇ ਜਾਂਦੇ ਨੇ, ਲੇਕਿਨ ਜਦੋਂ ਉੱਤੇ ਜਾਂਦੇ ਨੇ ਤਾਂ ਧੋਖੇ ਨਾਲ ਇਹਨਾਂ ਨੂੰ 10 ਅਪ੍ਰੈਲ 1919 ਨੂੰ ਅਰੈਸਟ ਕਰ ਲਿਆ ਜਾਂਦਾ, ਗ੍ਰਿਫਤਾਰ ਕਰ ਲਿਆ ਜਾਂਦਾ ਹੈਗਾ। ਇਸ ਨਾਲ ਪੰਜਾਬ ਦਾ ਮਾਹੌਲ ਹੋਰ ਜ਼ਿਆਦਾ ਖਰਾਬ ਹੋ ਗਿਆ। ਪਬਲਿਕ ਮੀਟਿੰਗ ਤੇ ਪਹਿਲਾਂ ਹੀ ਬੈਨ ਸੀਗਾ, ਬਹੁਤ ਜ਼ਿਆਦਾ ਸਖਤੀ ਨਾਲ ਪਬਲਿਕ ਮੀਟਿੰਗਸ ਤੇ ਬੈਨ ਕੀਤਾ ਗਿਆ। ਪੰਜਾਬ ਫੌਜੀ ਅਧਿਕਾਰੀਆਂ ਦੇ ਅਧੀਨ ਆ ਗਿਆ। ਇਸ ਸਮੇਂ ਤੱਕ ਜਨਰਲ ਡਾਇਰ ਨੇ ਅਨਾਉਂਸਮੈਂਟ ਕੀਤਾ ਕਿ ਪਬਲਿਕ ਮੀਟਿੰਗਸ ਅਤੇ ਕਿਸੇ ਵੀ ਹੋਰ ਉਗਰਵਾਦੀ ਗਤੀਵਿਧੀਆਂ ਨੂੰ ਰੋਕਿਆ ਜਾਏਗਾ ਔਰ ਇਸ ਨੂੰ ਰੋਕਣ ਦੀ ਘੋਸ਼ਣਾ ਵੀ ਕਰਤੀ। ਦਿੱਕਤ ਇਹ ਆਈ ਕਿ ਇਹ ਜੋ ਨਿਊਜ਼ ਛਪੀ ਸੀਗੀ ਇਹ ਅਖਬਾਰ ਵਿੱਚ ਛਪੀ ਜਾਂ ਰੇਡੀਓ ਤੇ ਹੋਈ, ਮਤਲਬ ਜਿਹੜੀਆਂ ਚੱਲੀ ਹੋਏਗੀ। ਅਖਬਾਰ ਪੰਜਾਬ ਦੇ ਹਰੇਕ ਘਰੇ ਨਹੀਂ ਜਾਂਦਾ ਸੀ। ਦੂਜੇ ਨੰਬਰ 'ਚ ਪੰਜਾਬ ਦੇ ਵਿੱਚ ਅਖਬਾਰ ਮਾਰਨਿੰਗ ਟਾਈਮ ਤੇ ਜਾਣਾ ਸੀ। ਦੂਜੇ ਨੰਬਰ ਤੇ ਕੀ ਹੋਇਆ ਕਿ ਬਹੁਤ ਸਾਰੇ ਲੋਕਾਂ ਨੂੰ, ਮਤਲਬ ਅਗਰ ਆਪਾਂ ਇਹਦਾ ਨਿਚੋੜ ਕੱਢੀਏ ਤਾਂ ਨਿਚੋੜ ਇਹ ਹੈ ਕਿ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੂੰ ਹਜੇ ਤੱਕ ਇਹ ਪਤਾ ਹੀ ਨਹੀਂ ਸੀਗਾ ਕਿ ਵੀ ਇਕੱਠ ਨਹੀਂ ਕਰਨਾ, ਭੀੜ ਨਹੀਂ ਕਰਨੀ, ਬਿਕੋਜ਼ ਇੱਕ ਕਾਨੂੰਨ ਲੱਗ ਚੁੱਕਿਆ ਹੈ ਜਿਸ ਦੇ ਤਹਿਤ ਭੀੜ ਜਾਂ ਇਕੱਠ ਨਹੀਂ ਕੀਤਾ ਜਾਏਗਾ। ਇਹ ਨਹੀਂਗਾ ਕਿ ਸਾਰਿਆਂ ਨੂੰ ਨਹੀਂ ਪਤਾ ਸੀਗਾ, ਬਟ ਬਹੁਤ ਜ਼ਿਆਦਾ ਤਬਕੇ ਨੂੰ, ਜਿਹੜਾ ਜੋ ਗਰੀਬ ਤਬਕਾ ਸੀ, ਜੋ ਅਖਬਾਰ ਨਹੀਂ ਪੜ੍ਹਦੇ ਹੋਣਗੇ, ਜਿਨ੍ਹਾਂ ਘਰੇ ਅਖਬਾਰ ਨਹੀਂ ਆਉਂਦਾ ਹੋਣਾ, ਉਸ ਸਮੇਂ ਕਿੰਨਾਂ ਕੋਲੇ ਅਖਬਾਰ ਹੁੰਦਾ ਸੀਗਾ। ਠੀਕ ਹੈ, तो ये न्यूज़ उन्हां तक नहीं पहुंची, जिस करके की होया कि 13 अप्रैल 1919 ਨੂੰ ਲੋਕ ਬਿਨਾਂ ਹਥਿਆਰਾਂ ਤੋਂ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੁੰਦੇ ਨੇ। 13 ਅਪ੍ਰੈਲ ਦਾ ਦਿਨ ਹੈ ਔਰ ਐਕਚੁਅਲ ਦੇ ਵਿੱਚ ਇਕੱਠੇ ਵੀ ਕਿਉਂ ਹੋਏ ਸੀਗੇ, ਜੋ ਛੋਟੇ ਲੀਡਰ ਸੀਗੇ ਉਹਨਾਂ ਨੇ ਇਹ ਕਿਹਾ ਕਿ ਵੀ ਦੇਖੋ ਆਪਾਂ ਇੱਕ ਮੀਟਿੰਗ ਕਰਦੇ ਹਾਂ, ਇੱਕ ਨਾਰਮਲ ਮੀਟਿੰਗ ਕਰਦੇ ਹਾਂ ਜਿਸ ਦੇ ਵਿੱਚ ਤੁਸੀਂ ਆਓ, ਸਾਰੇ ਮਿਲਦੇ ਆ, ਠੀਕ ਹੈ, ਔਰ ਮਿਲ ਕੇ ਮਤਲਬ ਆਪਾਂ ਬੈਠਦੇ ਹਾਂ ਜਲਿਆਂਵਾਲੇ ਬਾਗ ਦੇ ਵਿੱਚ ਔਰ ਉੱਥੇ ਮਿਲ ਕੇ ਆਪਾਂ ਇਹ ਦੇਖਦੇ ਹਾਂ ਕਿ ਡਾਕਟਰ ਸ਼ੈਫੂਦੀਨ ਕਿਚਲੂ ਅਤੇ ਡਾਕਟਰ ਸਤਪਾਲ ਨੂੰ ਕਿਵੇਂ ਛੁਡਾਇਆ ਜਾ ਸਕਦਾ। ਬਸ ਉਹਨਾਂ ਨੇ ਇਹੀ ਕੰਮ ਕਰਨਾ ਸੀ, ਉਹਨਾਂ ਨੇ ਕੋਈ ਐਕਟੀਵਿਟੀ ਨਹੀਂ ਕਰਨੀ ਸੀ ਉਗਰਵਾਦੀ, ਜਸਟ ਉਹਨਾਂ ਨੇ ਇਹ ਮਤਲਬ ਇੱਕ ਤਰ੍ਹਾਂ ਨਾਲ ਡਿਸਕਸ਼ਨ ਕਰਨੀ ਸੀ। ਲੇਕਿਨ ਜਦੋਂ ਹੀ ਇਹ ਲੋਕ ਜਲਿਆਂਵਾਲੇ ਬਾਗ ਦੇ ਵਿੱਚ ਇਕੱਠੇ ਹੁੰਦੇ ਨੇ ਬਿਨਾਂ ਹਥਿਆਰਾਂ ਤੋਂ ਇਸ ਦਾ ਮੈਸੇਜ ਮਿਲਦਾ ਹੈਗਾ ਜਨਰਲ ਡਾਇਰ ਨੂੰ। ਹੁਣ ਜਨਰਲ ਡਾਇਰ ਨੂੰ ਜਦੋਂ ਇਹ ਮੈਸੇਜ ਮਿਲਿਆ ਤਾਂ ਜਨਰਲ ਡਾਇਰ ਥੋੜਾ ਜਿਹਾ ਬੁਖਲਾ ਗਿਆ ਔਰ ਉਹਨੂੰ ਲੱਗਿਆ ਕਿ ਮੇਰੇ ਟਾਈਮ ਪੀਰੀਅਡ ਦੇ ਵਿੱਚ ਅਗਰ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੂਗੀ ਤਾਂ ਬਈ ਮੇਰਾ ਜਿਹੜਾ ਹੈਗਾ ਉਹ ਜੌਬ ਖਤਰੇ ਵਿੱਚ ਪੈ ਜੂਗੀ। ਔਰ ਵੈਸੇ ਵੀ ਇਹ ਕਰਨਲ ਸੀਗਾ, ਇਹ ਜਨਰਲ ਬਣ ਕੇ ਆਇਆ ਸੀਗਾ, ਤਾਂ ਇੱਕ ਖਾਸ ਪਦਵੀ ਲਈ ਆਇਆ ਸੀ ਇਹ, ਮਤਲਬ ਇਹਨੇ ਆਣਾ ਨਹੀਂ ਸੀ, ਇਹ ਤਾਂ ਇਹ ਐਕਚੁਅਲ ਦੇ ਵਿੱਚ ਜਿਹੜਾ ਸੀਗਾ ਉਹ ਕਰਨਲ ਸੀਗਾ। तो ਇਹ ਜਨਰਲ ਬਣ ਕੇ ਆਇਆ ਸੀ ਕਿਉਂਕਿ ਉਸ ਸਮੇਂ ਜਿਸ ਜਨਰਲ ਨੇ ਆਣਾ ਸੀ ਉਹ ਛੁੱਟੀ ਤੇ ਗਿਆ ਚਲਾ ਔਰ ਉਸ ਤੋਂ ਬਾਅਦ ਇਹਦੀ ਟਰਮ ਆਣੀ ਸੀ, ਤਾਂ ਇਸ ਨੂੰ ਪ੍ਰਮੋਟ ਕਰਕੇ ਇਸ ਨੂੰ ਪੰਜਾਬ 'ਚ ਲਿਆਂਦਾ ਗਿਆ। तो ਇਹ ਥੋੜਾ ਜਿਹਾ ਇਹ ਵੀ ਭਾਵੁਕ ਸੀਗਾ ਕਿ ਵੀ ਮੈਂ ਆਪਣੀ ਡਿਊਟੀ ਬਹੁਤ ਅੱਛੀ ਤਰ੍ਹਾਂ ਕਰਾਂ। तो ਜਦੋਂ ਇਸ ਨੂੰ ਇਹ ਚੀਜ਼ ਪਤਾ ਲੱਗੀ ਤਾਂ ਇਸ ਨੇ ਆਪਣੀ ਇੱਕ ਆਰਮੀ ਜਿਹੜੀ ਆ ਉਹ ਲਿਆਂਦੀ, ਕਿਉਂਕਿ ਜਲਿਆਂਵਾਲੇ ਬਾਗ ਦਾ ਇੱਕ ਹੀ ਗੇਟ ਸੀਗਾ ਔਰ ਗੇਟ ਦੇ ਹੀ ਸਾਹਮਣੇ ਖੜ ਕੇ ਮਤਲਬ ਜਨਰਲ ਡਾਇਰ ਨੇ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ, मतलब कोई भी वार्निंग नहीं देती। अगर प्री वार्निंग दे दी जाती तो शायद ये घटना वापरती ही ना। तो बिना वार्निंग दित्तियां ही जनरल डायर ने की किया कि इन्हां सारे जो बिना हथियारों तो लोग बैठे सीगे, ठीक है, ਉਹਨਾਂ ਤੇ ਗੋਲੀ ਜਿਹੜੀ ਸੀਗੀ ਉਹ ਚਲਾਤੀ ਸੀ ਔਰ ਗੋਲੀਆਂ ਚਲਾਣ ਕਰਕੇ ਕਾਫੀ ਨੁਕਸਾਨ ਜਿਹੜਾ ਹੈਗਾ ਇਸ ਸਮੇਂ ਹੋ ਜਾਂਦਾ ਹੈ। 13 ਅਪ੍ਰੈਲ 1919 ਨੂੰ 69 ਲੋਕਾਂ ਤੇ ਜੋ ਸ਼ਾਂਤੀ ਨਾਲ ਮੀਟਿੰਗ ਕਰ ਰਹੇ ਸਨ, ਜਨਰਲ ਡਾਇਰ ਨੇ ਗੋਲੀਆਂ ਚਲਵਾਉਣ ਦੇ ਜਿਹੜੇ ਸੀਗੇ ਹੁਕਮ ਦਿੱਤੇ। ਕਹਿੰਦੇ ਨੇ ਕਿ ਸਰਕਾਰੀ ਅੰਕੜਿਆਂ ਦੇ ਅਕੋਰਡਿੰਗ 379 ਲੋਕ ਜਿਹੜੇ ਸੀ ਮਾਰੇ ਗਏ ਸੀ ਔਰ 1200 ਦੇ ਆਸ-ਪਾਸ ਜਿਹੜੇ ਸੀ ਇੰਜਰਡ ਹੋਏ ਸੀ। ਲੇਕਿਨ ਆਪਾਂ ਨੂੰ ਪਤਾ ਹੈ ਕਿ ਇਹ ਅੰਕੜਾ ਹੋਰ ਵੀ ਬਹੁਤ ਜ਼ਿਆਦਾ ਹੋ ਸਕਦਾ ਹੈਗਾ, ਠੀਕ ਹੈ। ਉਸ ਤੋਂ ਬਾਅਦ ਪੰਜਾਬ ਵਿੱਚ ਤੁਰੰਤ ਮਾਰਸ਼ਲ ਕਾਨੂੰਨ ਵੀ ਲਗਾ ਦਿੱਤਾ ਗਿਆ ਔਰ ਗਾਂਧੀ ਨੇ ਆਪਣਾ ਇਸੇ ਮਤਲਬ ਇੱਥੇ ਦੋ ਚੀਜ਼ਾਂ ਹੋਣੀਆਂ, ਆਪਾਂ ਗੱਲ ਕਰਦੇ ਹਾਂ ਕਿਹੜੀਆਂ ਕਿ ਗਾਂਧੀ ਨੇ ਆਪਣੇ ਕੇਸਰ ਦੀ ਉਪਾਧੀ ਵਾਪਸ ਕਰ ਦਿੱਤੀ, ਰਵਿੰਦਰਨਾਥ ਟੈਗੋਰ ਨੇ ਵੀ ਆਪਣੀ ਨਾਈਟਹੁੱਡ ਦੀ ਉਪਾਧੀ ਵਾਪਸ ਕਰ ਦਿੱਤੀ। ਦੇਖੋ ਬਹੁਤ ਸਾਰੀਆਂ ਥਾਵਾਂ ਤੇ ਲਿਖਿਆ ਹੋਇਆ ਕਿ ਕਿਸ ਮੂਵਮੈਂਟ ਦੇ ਅੰਡਰ ਜਿਹੜੀ ਸੀ ਇਹ ਉਪਾਧੀ ਵਾਪਸ ਕੀਤੀ ਗਈ ਸੀ, ਨਾਨ ਕਾਰਪੋਰੇਸ਼ਨ ਮੂਵਮੈਂਟ। ਲੇਕਿਨ ਇਹ ਜਿਹੜੀ ਮੂਵਮੈਂਟ ਆਈ ਸੀਗੀ ਇਹ ਕਿਉਂ ਆਈ, ਇਹ ਆਈ ਸੀਗੀ ਜਲਿਆਂਵਾਲੇ ਬਾਗ ਦੀ ਹੱਤਿਆਕਾंड ਤੋਂ ਬਾਅਦ। तो इस करके जलियांवाला बाग हो गया चाहे मतलब मूवमेंट होगी, दोनों एक ही गल है, ठीक है।
ਤੁਹਾਨੂੰ ਜਿਹੋ ਜਿਹਾ ਆਪਸ਼ਨ ਆਵੇ ਉਸ ਤਰ੍ਹਾਂ ਦਾ ਤੁਸੀਂ ਟਿਕ ਕਰਨਾ ਹੋਏਗਾ। ਜਲਿਆਂਵਾਲੇ ਬਾਗ ਦੀ ਜਾਂਚ ਪੜਤਾਲ ਦੀ ਮੰਗ ਚੱਲੀ ਤਾਂ ਸਰਕਾਰ ਨੇ ਜਾਂਚ ਕਰਾਉਣ ਤੋਂ ਇਨਕਾਰ ਕਰਤਾ। ਜਦੋਂ ਜਾਂਚ ਕਰਾਉਣ ਤੋਂ ਇਨਕਾਰ ਕਰਤਾ ਤਾਂ ਕਾਂਗਰਸ ਨੇ ਜਲਿਆਂਵਾਲੇ ਬਾਗ ਦੀ ਜਾਂਚ ਆਪਣੀ ਗੈਰ ਸਰਕਾਰੀ ਕਮੇਟੀ ਦਾ ਇੱਕ ਗਠਨ ਕੀਤਾ ਔਰ ਉਸ ਤੋਂ ਜਾਂਚ ਸ਼ੁਰੂ ਕਰਤੀ। ਸਰਕਾਰ ਨੂੰ ਲੱਗਿਆ ਕਿ ਬਈ ਇੱਥੇ ਥੋੜਾ ਜਿਹਾ ਗੜਬੜ ਹੋ ਜਾਏਗੀ, ਕਿਉਂਕਿ ਅਗਰ ਇਹ ਖੁਦ ਹੀ ਮਤਲਬ ਜਿਹੜਾ ਹੈਗਾ ਉਹ ਜਾਂਚ ਕਰਨਗੇ ਤਾਂ ਸਾਡੇ ਲਈ ਖਤਰਾ ਹੋ ਜਾਏਗਾ। ਇਸ ਕਰਕੇ ਬ੍ਰਿਟਿਸ਼ ਸਰਕਾਰ ਨੇ ਖੁਦ ਜਾਂਚ ਕਰਨ ਦਾ ਨਿਸ਼ਚੈ ਕੀਤਾ ਔਰ ਖੁਦ ਜਾਂਚ ਕਰਵਾਈ ਔਰ ਇਸੇ ਜਾਂਚ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਇਸ ਸਮੇਂ ਔਰ ਇਹ ਕਮੇਟੀ ਸੀ ਹੰਟਰ ਕਮੇਟੀ। तो थोड़ा जिहा ਆਪਾਂ हंटर कमेटी बारे भी डिस्कस कर लेने हल्का जिहा काम है। हंटर कमेटी 1919 च बनी सी। एक हंटर कमीशन भी आया है जो एजुकेशन का कमीशन है, लेकिन ये हंटर कमेटी है जो जलियांवाले बाग दा हत्याकांड जो होया उसकी इन्वेस्टिगेशन करन दे लई बनाई गई सी। ब्रिटिश सरकार ने एक लॉर्ड विलियम हंटर जो कि स्कॉटलैंड के जज सी दे नेतृत्व च एक कमेटी बनाई जो जलियांवाले बाग के हत्याकांड की जांच करेगी। हंटर कमेटी के कुल 7 मैंबर सन और 4 ब्रिटिश सरकार के नुमाइंदे सन, 3 भारतीय सन। और ये 4 किहड़े-किहड़े सीगे? चेयरमैन सी लॉर्ड विलियम हंटर जो एक्स सॉलिसिटर जनरल सीगे। मैंबरां की गल करिए तो WF राइस सीगे जो एडिशनल सैकटरी सी उस समय गवर्नमेंट के। फिर एक मैंबर सी जस्टिस GC रैंकिन जो कि जज सीगे हाई कोर्ट कलकत्ता दे। फिर एक मैंबर सीगे मेजर जनरल सर जॉर्ज बैरो जो कि कमांडेंट सीगे पेशावर डिवीजन दे। तो ये 4 तां सीगे अंग्रेज और 3 सीगे इंडियन। ये 3 इंडियन कौन कौन सीगे? सर चिमनलाल सत्यावाद सीगे, एक पंडित जगत नारायण सीगे और एक सरदार सुल्तान अहमद खान सी। ये तीनों सी। तो टोटल 7 मैंबर सी। हुण इस कमेटी ने अपनी जिहड़ी है वो रिपोर्ट दी और जनरल डायर नूं गलत नहीं ठहराया। सर माइकल ऑडवायर ने भी जनरल डायर का साथ दिता कि भी उसकी कोई गलती नहीं है, लेकिन जनरल डायर नूं वापस भेज दिता गया। इंग्लैंड ये वापस चला गया। ठीक है। बाद विच की होया कि जनरल डायर बीमार पैके तां उन्हां दी डेथ हो जाती है और माइकल ऑडवायर की गल करिए तो फिर ये जो उस समय का लिeutenant गवर्नर सी इस तो बदला लिता सी उस समय सरदार उधम सिंह ने। 13 मार्च 1940 सरदार उधम सिंह ने सर माइकल फ्रांसिस ऑडवायर नूं मार के जलियांवाले बाग ਦੇ ਹੱਤਿਆਕਾंड ਦਾ ਜਿਹੜਾ ਸੀਗਾ ਉਹ ਬਦਲਾ ਲਿੱਤਾ ਗਿਆ ਸੀ। ਕਲੀਅਰ। तो ਇਹ ਸੀਗਾ ਜੀ ਆਪਣੇ ਕੋਲੇ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਜਲਿयांवाले ਬਾਗ ਨੂੰ ਕੰਪਲੀਟ ਜਿਹੜਾ ਹੈਗਾ ਉਹ ਕਰ ਲਿਆ ਹੈਗਾ।